ਅੱਜ ਅਸੀਂ ਸ਼ਬਦ ਕਰਾਂਗੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਅਸੀਂ ਹਰ ਵਾਰੀ ਦੇਖਦੇ ਹਾਂ ਕੋਈ ਨਾ ਕੋਈ ਅਸੀਂ ਇੱਕ ਛੋਟਾ ਜਿਹਾ ਜੋ ਗੁਰੂ ਗ੍ਰੰਥ ਸਾਹਿਬ 'ਚ ਮਨੁੱਖ ਦੇ ਬਾਰੇ ਇੰਨਾ ਕੁਛ ਸਾਡੇ ਵਿਕਾਰਾਂ ਦੇ ਬਾਰੇ ਸਾਡੇ ਬਾਰੇ ਇੰਨਾ ਕੁਛ ਲਿਖਿਆ ਹੋਇਆ ਤੇ ਕਿ ਅਗਰ ਅਸੀਂ ਉਹਦੇ ਤੇ ਚੱਲਣ ਦੀ ਕੋਸ਼ਿਸ਼ ਵੀ ਕਰੀਏ, ਅਗਰ ਇੱਕ ਚੀਜ਼ ਤੇ ਵੀ ਅਗਰ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ ਤੇ ਸਾਡਾ ਬਹੁਤ ਉਧਾਰ ਹੋ ਜਾਏਗਾ, ਪਰ ਅਸੀਂ ਕਦੀ ਕੋਸ਼ਿਸ਼ ਹੀ ਨਹੀਂ ਕਰਦੇ। ਹੁਣ ਹਰ ਮਨੁੱਖ, ਕੋਈ ਵੀ ਮਨੁੱਖ ਲੈ ਲਓ, ਜਦੋਂ ਤੱਕ ਅਸੀਂ ਉਹਦੇ ਨਾਲ ਗੱਲਬਾਤ ਨਹੀਂ ਕਰਾਂਗੇ ਸਾਨੂੰ ਪਤਾ ਨਹੀਂ ਚੱਲੇਗਾ ਕਿ ਉਹ ਕਿਸ ਪ੍ਰਵਿਰਤੀ ਦਾ ਮਨੁੱਖ ਹੈ। ਜਦੋਂ ਜਿਸ ਤਰ੍ਹਾਂ ਕਿ ਬੜੀ ਮਸ਼ਹੂਰ ਕਹਾਵਤ ਹੈ, ਸਾਰਿਆਂ ਨੂੰ ਹੀ ਪਤਾ, ਪੰਜਾਬੀ ਦੀ ਕਹਾਵਤ ਹੈ, ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਕਿਸੇ ਦੇ ਕੰਟੈਕਟ 'ਚ ਨਹੀਂ ਆਉਂਦੇ, ਜਦੋਂ ਤੱਕ ਤੁਸੀਂ ਕਿਸੇ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਕੁਝ ਦਿਨ ਬਤੀਤ ਨਹੀਂ ਕਰਦੇ ਤੇ ਸਾਨੂੰ ਨਹੀਂ ਪਤਾ ਚੱਲਦਾ ਕਿ ਉਸ ਮਨੁੱਖ ਦੀ ਪ੍ਰਵਿਰਤੀ ਕੀ ਹੈ। ਤੇ ਜਦ ਅਸੀਂ ਵੈਸੇ ਕਿਸੇ ਨੂੰ ਜਦੋਂ ਦੇਖ ਲੈਂਦੇ ਹਾਂ, ਉਹਦਾ ਆਊਟਰ ਅਪੀਅਰੈਂਸ ਅਸੀਂ ਦੇਖ ਲੈਂਦੇ ਹਾਂ, ਅਸੀਂ ਕਹਿੰਦੇ ਹਾਂ ਇਹਦੀ ਪਰਸਨੈਲਿਟੀ ਬੜੀ ਅੱਛੀ ਆ, ਇਹ ਤੇ ਹੋ ਗਿਆ। ਅਸਥੂਲ ਰੂਪ ਅਸੀਂ ਹਮੇਸ਼ਾ ਦੇਖ ਲੈਂਦੇ ਹਾਂ, ਪਰ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਸਾਰੇ ਕਹਿੰਦੇ ਹਾਂ, ਰੋਜ਼ਮर्रा ਦੀ ਅਸੀਂ ਜ਼ਿੰਦਗੀ 'ਚ ਕਹਿੰਦੇ ਹਾਂ ਕਿ ਉਹ ਜਦੋਂ ਬੋਲਦਾ ਨਾ ਫਿਰ ਪਤਾ ਚੱਲਦਾ। ਇਸ ਲਈ ਹਰ ਮਨੁੱਖ ਦੀ ਬਾਣੀ, ਹਰ ਮਨੁੱਖ ਦੇ ਵਿਚਾਰ, ਹਰ ਮਨੁੱਖ ਦੇ ਬੋਲ ਇਹ ਹੀ ਦੱਸਦੇ ਨੇ ਕਿ ਉਹ ਮਨੁੱਖ ਦੀ ਪ੍ਰਵਿਰਤੀ ਕੀ ਹੈ। ਇਸ ਲਈ 90% ਜੋ ਮਨੁੱਖ ਦੀ ਪ੍ਰਵਿਰਤੀ ਹੁੰਦੀ ਹੈ, ਜੋ ਮਨੁੱਖ ਦੀ ਪਰਸਨੈਲਿਟੀ ਹੁੰਦੀ ਹੈ, ਪਰਸਨੈਲਿਟੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦਾ ਆਊਟਰ ਅਪੀਅਰੈਂਸ ਕੀ ਹੈ। ਪਰਸਨੈਲਿਟੀ ਇੱਕ ਬਹੁਤ ਡੀਪ ਹੈ, ਪਰਸਨੈਲਿਟੀ ਵਰਡ ਹੀ ਬਹੁਤ ਡੀਪ ਹੈ ਕਿ ਜਦੋਂ ਬੰਦਾ 90% ਉਹਦੇ ਬੋਲ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਮਨੁੱਖ ਕਿਸ ਪ੍ਰਵਿਰਤੀ ਦਾ ਹੈ, ਕਿੰਨਾ ਉਹ ਸ਼ਾਂਤਮਈ ਹੈ, ਕਿੰਨਾ ਉਹ ਕ੍ਰੋਧੀ ਹੈ, ਕਿੰਨਾ ਉਹ ਧਾਰਮਿਕ ਹੈ, ਕਿੰਨਾ ਅਧਰਮੀ ਹੈ, ਕਿੰਨਾ ਉਹ ਕੀ ਕਹਿੰਦੇ ਨੇ, ਕਿੰਨਾ ਉਹ ਦੂਰਦਰਸ਼ੀ ਹੈ, ਦੂਰ ਦੇਖਣ ਵਾਲਾ। ਕਹਿੰਦੇ ਨੇ ਕਿ ਇਹ ਤੇ ਬੰਦਾ ਕੱਲ ਦੀ ਪਹਿਲਾਂ ਸੋਚਦਾ ਹੈ। ਅਸੀਂ ਕਹਿੰਦੇ ਹਾਂ ਕਈ ਵਾਰੀ ਕਿ ਇਹ ਮਨੁੱਖ ਕੱਲ ਦੀ ਪਹਿਲਾਂ ਸੋਚਦਾ ਹੈ, ਔਰ ਇਹ ਫਿਰ ਅਸੀਂ ਦੇਖ ਲੈਂਦੇ ਇਹ ਮਨੁੱਖ ਕਿੰਨਾ ਸਮਦਰਸ਼ੀ ਹੈ। ਤੇ ਇਹ ਜਦੋਂ ਤੱਕ ਕੋਈ ਮਨੁੱਖ ਦੇ ਨਾਲ ਅਸੀਂ ਵਾਰਤਾਲਾਪ ਨਹੀਂ ਕਰਾਂਗੇ, ਉਹਦੇ ਵਿਚਾਰ ਨਹੀਂ ਸੁਣਾਂਗੇ, ਉਹਦੇ ਨਾਲ ਜਦੋਂ ਅਸੀਂ ਉਹਦੀਆਂ ਨਾਲ ਗੱਲਾਂ ਨਹੀਂ ਕਰਾਂਗੇ, ਉਹਦੇ ਬੋਲ ਨਹੀਂ ਸੁਣਾਂਗੇ, ਸਾਨੂੰ ਉਹਦੇ ਬਾਰੇ ਪਤਾ ਨਹੀਂ ਚੱਲੇਗਾ ਕਿ ਉਸ ਮਨੁੱਖ ਦੀ ਪ੍ਰਵਿਰਤੀ ਕੀ ਹੈ, ਉਹਦਾ ਸੁਭਾਅ ਕੀ ਹੈ। ਸੁਭਾਅ ਹੁੰਦਾ ਉਹਦੇ ਵਿਚਾਰਾਂ ਰਾਹੀਂ ਸਾਨੂੰ ਪਤਾ ਚੱਲਦਾ ਹੈ ਕਿ ਮਨੁੱਖ ਦਾ ਸੁਭਾਅ ਕੀ ਹੈ। 90% ਬੋਲ, 10% ਉਹਦੀ ਕਿਰਿਆ, ਉਹ ਕਰਦਾ ਕੀ ਹੈ। ਕਿਉਂਕਿ ਕਈਆਂ ਨੂੰ ਅਸੀਂ ਨਹੀਂ ਜਾਣਦੇ, ਅਸੀਂ ਜਾਣਦੇ ਹੀ ਨਹੀਂ ਆ ਤੇ ਅਸੀਂ ਸਿਰਫ ਦੇਖ ਲੈਂਦੇ ਹਾਂ ਉਹ ਕਰਦਾ ਕੀ ਹੈ ਤੇ ਅਸੀਂ ਆਪਣਾ ਇੱਕ ਵੇਗ ਜਿਹਾ ਆਪਣਾ ਓਪੀਨੀਅਨ ਬਣਾ ਲੈਂਦੇ ਹਾਂ 10% ਦੇਖ ਕੇ। ਹੁਣ ਕਈ ਨੇਬਰਸ ਵੀ ਇੱਦਾਂ ਦੇ ਹੁੰਦੇ ਅਸੀਂ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਆ, ਪਰ ਅਸੀਂ 10% ਉਹ ਦੇਖ ਕੇ ਕਿ ਉਹ ਕਰਦਾ ਕੀ ਹੈ, ਉਹਦੇ ਹਾਵ ਭਾਵ ਕੀ ਨੇ, ਅਸੀਂ ਉਹਦੇ ਬਾਰੇ ਉਹ ਪਤਾ ਕਰ ਲੈਂਦੇ ਹਾਂ। ਲੇਕਿਨ ਜਦੋਂ ਅਸੀਂ ਜਦੋਂ ਅਸੀਂ ਧਰਮ ਦੀ ਦੁਨੀਆ 'ਚ ਲਈਏ ਤੇ ਜਦੋਂ ਮਨੁੱਖ ਜਦੋਂ ਬੋਲਦੇ ਆ ਅਸੀਂ ਕਿਸੇ ਦੇ ਨਾਲ, ਉਹਦੇ ਇੱਕ ਦਿਨ 'ਚ ਪਤਾ ਨਹੀਂ ਚੱਲਦਾ ਜਦੋਂ ਤੱਕ ਤੁਸੀਂ ਉਹਦੇ ਨਾਲ 15 ਦਿਨ 20 ਦਿਨ ਜਾਂ 1 ਮਹੀਨਾ ਜਦੋਂ ਤੱਕ ਤੁਸੀਂ ਉਹਦੇ ਨਾਲ ਗੱਲਾਂ ਨਹੀਂ ਕਰੋਗੇ, ਉਹਦੇ ਵਿਚਾਰ ਨਹੀਂ ਸੁਣੋਗੇ, ਉਦੋਂ ਤੱਕ ਨਹੀਂ ਪਤਾ ਚੱਲਦਾ ਕਿ ਉਸ ਮਨੁੱਖ ਦੇ ਉਹ ਕਿੰਨਾ ਮਹਾਨ ਹੈ ਜਾਂ ਕਿੰਨਾ ਉਹ ਮਤਲਬ ਨੀਚੇ ਉਹ ਆਪਣੀ ਉਹ ਸੋਚ ਰੱਖਦਾ। ਤੇ ਇਸ ਲਈ ਜਦੋਂ ਵੀ ਅਸੀਂ ਕਿਸੇ ਦੇ ਬਾਰੇ ਸੋਚਦੇ ਹਾਂ, ਉਹਦੇ ਪਹਿਲਾਂ ਬੋਲ, ਫਿਰ ਉਹਦੀ ਕਿਰਿਆ, ਔਰ ਫਿਰ ਉਹਦੇ ਕੰਮਾਂ ਦਾ, ਉਹਦੇ ਜੋ ਕਿਰਿਆ ਕਰਦਾ ਵੀ ਆ ਉਹਦੇ ਫਿਰ ਰਿਜ਼ਲਟ ਕੀ ਆਉਂਦੇ ਨੇ, ਇਹ ਮਨੁੱਖ ਦੇ ਬਾਰੇ ਉਹਦੇ ਤੋਂ ਮਨੁੱਖ ਦੀ ਉਹਦੀ ਪਰਸਨੈਲਿਟੀ ਪਤਾ ਚੱਲਦੀ ਹੈ। ਤੇ ਜਦੋਂ ਜੋ ਅਵਤਾਰੀ ਪੁਰਖ ਹੁੰਦੇ ਨੇ, ਹੁਣ ਕਈ ਤੇ ਹੁੰਦੇ ਨੇ ਜਿਹੜੇ ਗੁਰਮੁਖ ਹੁੰਦੇ ਨੇ, ਉਹ ਤੇ ਹਰ ਇੱਕ ਨੂੰ ਆਪਣਾ ਮਿੱਤਰ ਸਮਝਦੇ ਨੇ। ਹੁਣ
ਕਈਆਂ ਦੀ ਪ੍ਰਵਿਰਤੀ ਹੁੰਦੀ ਆ ਉਹ ਸਾਰਿਆਂ ਤੇ ਬੜੀ ਜਲਦੀ ਭਰੋਸਾ ਕਰ ਲੈਂਦੇ ਨੇ, ਸਾਰਿਆਂ ਨੂੰ ਆਪਣੇ ਬੜੀ ਜਲਦੀ ਉਹ ਮਿੱਤਰ ਮੰਨ ਲੈਂਦੇ ਨੇ। ਪਰ ਕਈਆਂ ਮਨੁੱਖਾਂ ਦੀ ਪ੍ਰਵਿਰਤੀ ਹੁੰਦੀ ਆ ਉਹ ਕਿਸੇ ਤੇ ਵਿਸ਼ਵਾਸ ਹੀ ਨਹੀਂ ਕਰਦੇ। ਉਹ ਕਈਆਂ ਦੇ ਮਨ 'ਚ ਇੰਨੀ ਈਰਖਾ ਹੁੰਦੀ ਆ। ਈਰਖਾ ਕਿਸ ਲਈ ਹੁੰਦੀ ਆ? ਆਪਣੇ ਦੁੱਖ ਦੀ ਈਰਖਾ ਨਹੀਂ ਹੁੰਦੀ, ਦੂਸਰੇ ਦੀ ਸੁੱਖ ਦੀ ਈਰਖਾ ਹੁੰਦੀ ਹੈ। ਤੇ ਉਹ ਸੁਖੀ ਕਿਉਂ ਹੈ? ਉਹਦੀ ਇਹ ਈਰਖਾ ਹੁੰਦੀ ਹੈ, ਇਹ ਪ੍ਰਵਿਰਤੀ ਹੁੰਦੀ ਆ ਉਹਨਾਂ ਦੀ। ਪਰ ਜਦੋਂ ਬੰਦੇ ਦੇ ਵਿਚਾਰ, ਜਦੋਂ ਬੰਦੇ ਦੇ ਅਸੀਂ ਐਦਾਂ ਦੇਖਦੇ ਹਾਂ, ਬਾਣੀ ਕਹਿੰਦੀ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਪਰ ਸਾਡੀ ਬਾਣੀ ਤੇ ਸਾਨੂੰ ਕਦੀ ਕਿਸੇ ਤੋਂ ਵੈਰ ਰੱਖਣਾ, ਸਾਨੂੰ ਤੇ ਕਦੀ ਕਿਸੇ ਦੇ ਨਾਲ ਦੁਸ਼ਮਣੀ ਰੱਖਣੀ, ਈਰਖਾ ਰੱਖਣੀ। ਹੁਣ ਪੂਰੀ ਗੁਰਬਾਣੀ ਦੇ ਵਿੱਚ ਸਾਨੂੰ ਬਾਬਾ ਜੀ ਨੇ ਇਹੀ ਦੱਸਿਆ ਹੈ ਕਿ ਆਪਣੇ ਵਿਕਾਰ ਹਟਾਓ, ਮਨੁੱਖਤਾ ਦੇ ਨਾਲ ਪਿਆਰ ਕਰੋ, ਹਰ ਮਨੁੱਖ ਦੇ ਨਾਲ ਪਿਆਰ ਕਰੋ। ਜਦੋਂ ਤੱਕ ਅਸੀਂ ਆਪਣੇ ਵਿਚਾਰ, ਆਪਣੀ ਇੱਕ ਦੂਜੇ ਦੇ ਨਾਲ, ਜਦੋਂ ਅਸੀਂ ਆਪਣੇ ਵਿਚਾਰ ਹੀ ਮਨੁੱਖ ਦੇ ਹੁੰਦਾ ਹੈ ਕਿ ਅਸੀਂ ਕਿਸੇ ਦੇ ਨਾਲ ਪਿਆਰ ਕਰਾਂਗੇ। ਅਗਰ ਇੱਕ ਮਨੁੱਖ ਦੂਸਰੇ ਮਨੁੱਖ ਨਾਲ ਪਿਆਰ ਕਰਦਾ ਹੈ ਤਾਂ ਹੀ ਤੇ ਉਹ ਪਰਮਾਤਮਾ ਨੂੰ ਪਿਆਰ ਕਰ ਪਾਏਗਾ। ਅਗਰ ਉਹਦਾ ਵਿਚਾਰ ਹੈ ਉਹ ਹਰ ਇੱਕ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਤੇ ਉਹ ਫਿਰ ਪਰਮਾਤਮਾ ਨੂੰ ਕਿੱਦਾਂ ਆਪਣਾ ਮਿੱਤਰ ਸਮਝੇਗਾ? ਪਰਮਾਤਮਾ ਨੂੰ ਵੀ ਆਪਣਾ ਦੁਸ਼ਮਣ ਸਮਝੇਗਾ। ਤੇ ਇੱਕ ਜਿਹੜੇ ਵਿਚਾਰ ਹੁੰਦੇ ਨੇ ਜੋ ਮਨੁੱਖ ਨੂੰ ਮਨੁੱਖ ਦੇ ਨਾਲ ਨੇੜੇ ਲੈ ਕੇ ਆਉਂਦੇ ਨੇ, ਔਰ ਜਿਸ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ, ਜਿਸ ਵਿਅਕਤੀ ਦੇ ਵਿਚਾਰ ਇਹੋ ਜਿਹੇ ਹੁੰਦੇ ਨੇ ਕਿ ਉਹ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਉਂਦੇ ਨੇ, ਉਹ ਮਨੁੱਖ ਪਰਮਾਤਮਾ ਦੇ ਵੀ ਨੇੜੇ ਜਾਂਦਾ ਹੈ। ਔਰ ਜੋ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦਾ ਹੈ ਉਹ ਪਰਮਾਤਮਾ ਤੋਂ ਵੀ ਦੂਰ। ਜਦ ਅਸੀਂ ਪਰਮਾਤਮਾ ਦੀ ਬਣਾਈ ਹੋਈ ਰਚਨਾ ਨਾਲ ਨਹੀਂ ਪਿਆਰ ਕਰਾਂਗੇ, ਪਰਮਾਤਮਾ ਦੇ ਬਣਾਏ ਹੋਏ ਮਨੁੱਖ ਨੂੰ ਹੀ ਨਹੀਂ ਪਿਆਰ ਕਰਾਂਗੇ ਤੇ ਅਸੀਂ ਪਰਮਾਤਮਾ ਨੂੰ ਕਿੱਦਾਂ ਪਿਆਰ ਕਰ ਸਕਦੇ ਹਾਂ? ਜਿਹੜਾ ਅੱਜ ਵਾਲਾ ਸ਼ਬਦ ਹੈ ਉਹ ਹੈਗਾ ਬਿਸਰ ਗਈ ਸਭ ਤਾਤ ਪਰਾਈ। ਤਾਤ ਕੀ ਹੁੰਦਾ ਹੈ? ਤਾਤ ਹੁੰਦਾ ਹੈ ਕਿ ਇੱਕ ਈਰਖਾ, ਇੱਕ ਤਪਿਸ਼, ਇੱਕ ਜਲਨ। ਤਾਤ ਹੁੰਦੀ ਹੈ ਜਲਨ, ਜਿਹਦੇ ਅੱਗ। ਔਰ ਪਰਾਈ ਹੁੰਦਾ ਹੈ ਦੂਸਰੇ ਦੇ ਵਾਸਤੇ। ਜੋ ਅਸੀਂ ਦੂਸਰਿਆਂ ਵਾਸਤੇ ਈਰਖਾ ਰੱਖਦੇ ਹਾਂ, ਦੂਸਰਿਆਂ ਵਾਸਤੇ ਅਸੀਂ ਜਲਨ ਰੱਖਦੇ ਹਾਂ, ਜੋ ਤਪਿਸ਼ ਹੁੰਦੀ ਹੈ, ਜੋ ਅੱਗ ਹੁੰਦੀ ਹੈ, ਉਹਦੀ ਤੇ ਪ੍ਰਵਿਰਤੀ ਹੀ ਹੁੰਦੀ ਹੈ ਜਲਾਣਾ। ਪਰ ਅਗਰ ਅਸੀਂ ਜਲਨ ਰੱਖਾਂਗੇ, ਅਸੀਂ ਈਰਖਾ ਰੱਖਾਂਗੇ ਤੇ ਉਹ ਮਨੁੱਖ, ਅਸੀਂ ਅਗਰ ਮੇਰੇ ਮਨ 'ਚ ਹੈ, ਉਹ ਫਿਰ ਸਾਡੀ ਬੋਡੀ ਨਹੀਂ ਜਲਾਉਂਦੀ। ਉਹ ਜਿਹੜੀ ਈਰਖਾ, ਜਿਹੜੀ ਅੱਗ ਹੈ ਉਹ ਸਾਡੀ ਬੋਡੀ ਨਹੀਂ ਜਲਾਉਂਦੀ। ਉਹ ਸਾਡੇ ਕੀ ਜਲਾਉਂਦੀ ਹੈ? ਜੋ ਸਾਡੇ ਅੰਦਰ, ਜੋ ਵਾਹਿਗੁਰੂ ਦੇ ਵਾਸਤੇ ਗੁਣ, ਜੋ ਰੱਬੀ ਗੁਣ ਪਰਮਾਤਮਾ ਨੇ ਸਾਨੂੰ ਦੇ ਕੇ ਭੇਜੇ ਨੇ। ਸਾਨੂੰ ਵਿਕਾਰ ਤੇ ਦਿੱਤੇ ਨੇ ਪਰ ਨਾਲ ਹੀ ਸਾਨੂੰ ਰੱਬੀ ਗੁਣ ਵੀ ਦੇ ਕੇ ਭੇਜਿਆ ਹੈ। ਜਿਸ ਤਰ੍ਹਾਂ ਕਿ ਦਇਆ ਵੀ ਸਾਡੇ ਅੰਦਰ ਹੈ, ਸਾਡੇ ਅੰਦਰ ਉਦਾਰਤਾ ਵੀ ਹੈ, ਦੂਜਿਆਂ ਦੀ ਹੈਲਪ ਕਰਨੀ ਵੀ ਹੈ। ਤੇ ਇਹ ਜੋ ਰੱਬੀ ਗੁਣ ਵੀ ਬਾਬਾ ਜੀ ਨੇ ਸਾਡੇ ਅੰਦਰ ਪਾ ਕੇ ਭੇਜੇ ਨੇ, ਜਿਹੜੀ ਇਹ ਤਾਤ ਹੈ, ਜੋ ਇਹ ਤਪਿਸ਼ ਹੈ, ਜੋ ਇਹ ਅੱਗ ਹੈ, ਇਹ ਸਾਨੂੰ ਸਾਡੇ ਉਹ ਜਿੰਨੇ ਸਾਡੇ ਰੱਬੀ ਗੁਣ ਸਾਡੇ ਅੰਦਰ ਪਰਮਾਤਮਾ ਨੇ ਸਾਨੂੰ ਪਾ ਕੇ ਭੇਜੇ ਨੇ, ਉਹ ਵੀ ਸਾਡੇ ਜਲਾ ਦਿੰਦੇ ਨੇ। ਪਰ ਸਾਨੂੰ ਗੁਰਬਾਣੀ ਦੇ ਵਿੱਚ ਇਹਦੇ ਬਹੁਤ ਸਾਰੇ ਐਗਜ਼ਾਮਪਲ, ਜਿਸ ਤਰ੍ਹਾਂ ਪਹਿਲਾਂ ਬਾਬਾ ਜੀ ਨੇ ਲਿਖਿਆ ਸਭ ਕੋ ਉਮੀਦ ਹਮ ਆਪਨ ਕੀਨਾ। ਜੋ ਵਾਹਿਗੁਰੂ ਤੇ ਵਿਸ਼ਵਾਸ ਕਰਦੇ ਨੇ, ਜੋ ਗੁਰਮੁਖ ਨੇ, ਉਹ ਤੇ ਕਹਿੰਦੇ ਨੇ ਮੇਰੀ ਪੂਰੀ ਦੁਨੀਆ ਹੀ, ਉਹ ਤੇ ਹਰ ਇੱਕ ਨੂੰ ਆਪਣਾ ਮੀਤ ਸਮਝਦੇ ਨੇ। ਹਮ ਸਭਨਾ ਕੇ ਸਾਜਨ, ਅਸੀਂ ਉਹ ਵੀ ਸਾਰਿਆਂ ਨੂੰ, ਕਿਉਂਕਿ ਅਗਰ ਬੰਦਾ ਆਪ ਜੈਂਟਲ ਹੈ ਤੇ ਉਹ ਦੂਸਰਿਆਂ ਨੂੰ ਵੀ ਜੈਂਟਲ ਸਮਝੇਗਾ। ਅਗਰ ਮੇਰੇ ਮਨ 'ਚ ਦਵੇਸ਼ ਹੈ ਤੇ ਮੈਂ ਇਹ ਸੋਚਾਂਗੀ ਕਿ ਮੇਰੇ ਮਨ 'ਚ ਦਵੇਸ਼ ਹੈ ਤੇ ਜਿਸ ਤਰ੍ਹਾਂ ਦੀ ਮੇਰੀ ਪ੍ਰਵਿਰਤੀ ਹੋਏਗੀ ਤੇ ਦੂਸਰੇ ਨੂੰ ਵੀ ਮੈਂ ਉੱਦਾਂ ਦਾ ਹੀ ਸਮਝਾਂਗੀ। ਅਗਰ ਕਿਸੇ ਦੇ ਮਨ 'ਚ ਉਦਾਰਤਾ ਹੈ ਤੇ ਦੂਜੇ ਨੂੰ ਵੀ ਉਦਾਰ ਹੀ ਸਮਝੇਗਾ ਕਿ ਉਹ ਵੀ ਦਿਆਲੂ ਹੈ, ਉਹ ਵੀ ਇਸ ਤਰ੍ਹਾਂ ਦਾ ਹੈ। ਪਰ ਸਾਨੂੰ ਗੁਰਬਾਣੀ ਨੇ ਲਿਖਿਆ ਹੈ ਕਿ ਜਿਸ ਅੰਦਰ ਤਾਤ ਪਰਾਈ ਹੋਵੇ ਤਿਸਕਾ ਕਦੇ ਨਾ ਹੋਵੀ ਭਲਾ। ਗੁਰਬਾਣੀ ਨੇ ਸਾਨੂੰ ਸਾਰਿਆਂ ਦੇ ਨਾਲ ਪਿਆਰ ਕਰਨਾ ਸਿਖਾਇਆ। ਬਾਬਾ ਜੀ ਨੇ ਸਾਨੂੰ ਦੱਸਿਆ ਹੈ ਕਿ ਜਿਹਦੇ ਅੰਦਰ ਤਾਤ ਪਰਾਈ ਹੁੰਦੀ ਹੈ, ਜਿਹਦੇ ਅੰਦਰ ਦੂਸਰਿਆਂ ਵਾਸਤੇ ਈਰਖਾ ਹੁੰਦੀ ਹੈ, ਉਹਦਾ ਆਪਣਾ ਵੀ ਕਦੀ ਭਲਾ ਨਹੀਂ ਹੁੰਦਾ। ਕਿਉਂਕਿ ਜਦੋਂ ਅਸੀਂ ਬਾਬਾ ਜੀ ਦੇ ਕੋਲੋਂ ਅਸੀਂ ਰੋਜ਼ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਅਗਰ ਅਸੀਂ ਸਰਬਤ ਦਾ ਭਲਾ ਮੰਗਾਂਗੇ ਤੇ ਬਾਬਾ ਜੀ ਸਾਡੀ ਝੋਲੀ 'ਚ ਵੀ ਭਲਾ ਪਾਣਗੇ।
ਅਗਰ ਅਸੀਂ ਕਿਸੇ ਦਾ ਬੁਰਾ ਅਗਰ ਅਸੀਂ ਮੰਗਾਂਗੇ ਤੇ ਬਾਬਾ ਜੀ ਸਾਡੀ ਝੋਲੀ 'ਚ ਵੀ ਬੁਰਾ ਪਾਣਗੇ। ਕਿਉਂਕਿ ਅਗਰ ਅਸੀਂ ਕਿਸੇ ਨੂੰ, ਹੁਣ ਅਗਰ ਮੇਰਾ ਬੇਟਾ ਮੇਰੇ ਕੋ ਕੋਈ ਚੀਜ਼ ਮੰਗਦਾ, ਅਗਰ ਮੇਰੇ ਕੋ ਉਹ ਹੋਏਗੀ ਤੇ ਮੈਂ ਉਹਨੂੰ ਉਹ ਚੀਜ਼ ਦੇ ਪਾਵਾਂਗੀ। ਇਸ ਲਈ ਅਗਰ ਮੇਰੇ ਕੋ ਈਰਖਾ ਹੈ ਤੇ ਮੈਂ ਤਾਂ ਹੀ ਤੇ ਦੂਸਰੇ ਨੂੰ ਈਰਖਾ ਦਾਂਗੀ। ਅਗਰ ਮੇਰੇ ਕੋ ਪਿਆਰ ਹੈ ਤਾਂ ਹੀ ਮੈਂ ਉਹ ਆਪਣੇ ਚੋਂ ਪਿਆਰ ਉਹਨੂੰ ਦਾਂਗੀ। ਇਸ ਲਈ ਜੋ ਵੀ ਚੀਜ਼ ਅਸੀਂ ਦੂਸਰੇ ਨੂੰ ਦਿੰਨੇ ਆ, ਪਹਿਲਾਂ ਉਹ ਸਾਡੇ ਕੋਲ ਆਂਦੀ ਹੈ, ਫਿਰ ਅਸੀਂ ਉਹਦੇ ਚੋਂ ਦਿੰਨੇ ਆ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸਕਾ ਕਦੀ ਨਾ ਹੋਵੇ ਭਲਾ, ਉਸ ਦੇ ਆਖੀਐ ਕੋਈ ਨਾ ਲੱਗੈ, ਨਿਤ ਤਜਾੜੀ ਪੁਕਾਰੇ ਖੱਲਾ। ਉਹਦਾ ਉਹ ਫਿਰ ਉਹ ਜਿਹੜਾ ਬੰਦਾ ਹੁੰਦਾ ਨਾ ਜਿਹਦੇ ਮਨ ਦੇ ਅੰਦਰ ਸਾਰਿਆਂ ਵਾਸਤੇ ਈਰਖਾ ਭਰੀ ਰਹਿੰਦੀ ਹੈ, ਉਹਦੇ ਤੇ ਫਿਰ ਕੋਈ ਭਰੋਸਾ ਨਹੀਂ ਕਰਦਾ, ਉਹ ਫਿਰ ਇਕੱਲਾ ਰਹਿੰਦਾ। ਜਦੋਂ ਹੁਣ ਅਸੀਂ ਵੀ ਕਹਿੰਦੇ ਆ ਕਿ ਉਹ ਬੰਦਾ ਅੱਛਾ ਨਹੀਂ ਹੈਗਾ ਤੇ ਅਸੀਂ ਉਹਨੂੰ ਅਵੋਇਡ ਕਰਦੇ ਆ। ਜਿਹਦੇ ਵਿਚਾਰ ਅੱਛੇ ਹੁੰਦੇ ਨੇ, ਜਿਹਦੇ ਤੋਂ ਸਾਨੂੰ ਗੁੱਡ ਵਾਈਬ੍ਰੇਸ਼ਨਸ ਆਉਂਦੀਆਂ ਨੇ, ਪੋਜ਼ਿਟਿਵ ਵਾਈਬ੍ਰੇਸ਼ਨਸ ਆਉਂਦੀਆਂ ਨੇ, ਅਸੀਂ ਉਹਦੇ ਕੋਲ ਬੈਠਣਾ ਪਸੰਦ ਕਰਦੇ ਆ, ਅਸੀਂ ਉਹਦੇ ਨਾਲ ਗੱਲਬਾਤ ਕਰਨੀ ਪਸੰਦ ਕਰਦੇ ਆ। ਪਰ ਜਿਨ੍ਹਾਂ ਦੇ ਮਨ 'ਚ ਹੁਣ ਇਹ ਵਾਲਾ ਜਿਹੜਾ ਸ਼ਬਦ ਹੈਗਾ, ਇਹ ਤੇ ਤਾਤ ਪਰਾਈ ਦੇ ਉੱਤੇ ਹੈਗਾ, ਜੇ ਈਰਖਾ ਦੇ ਉੱਤੇ ਹੈ, ਜੋ ਦੂਸਰਿਆਂ ਦੇ, ਹੁਣ ਜਿਨ੍ਹਾਂ ਦੀ ਇਹ ਪ੍ਰਵਿਰਤੀ ਹੁੰਦੀ ਹੈ, ਉਹਨਾਂ ਦੀ ਇਹ ਸੁਭਾਅ ਹੁੰਦਾ ਹੈ ਕਿ ਮੇਰਾ ਚਾਹੇ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ, ਮੈਂ ਦੂਸਰੇ ਨੂੰ ਤੇ ਮਜ਼ਾ ਚਖਾ ਕੇ ਰੱਖਣਾ। ਮੇਰਾ ਚਾਹੇ ਜਿੰਨਾ ਮਰਜ਼ੀ ਪੈਸਾ ਲੱਗ ਜਾਏ, ਮੈਂ ਤੇ ਉਹਦਾ ਨੁਕਸਾਨ ਕਰਨਾ ਹੀ ਕਰਨਾ। ਇਸ ਪ੍ਰਵਿਰਤੀ ਵਾਲੇ ਬੰਦੇ ਕਹਿਣਗੇ ਮੇਰਾ ਕੰਮ ਚੱਲੇ ਚਾਹੇ ਨਾ ਚੱਲੇ, ਮੈਂ ਉਹਦਾ ਕੰਮ ਬੰਦ ਕਰਾਂਗਾ। ਇਹ ਜਿਹੜੀ ਪ੍ਰਵਿਰਤੀ ਦੇ ਇਸ ਤਰ੍ਹਾਂ ਦੇ ਵੀ, ਕਿਉਂਕਿ ਬਾਬਾ ਜੀ ਨੇ ਸਾਰੀ ਪ੍ਰਵਿਰਤੀ ਦੇ ਲੋਕੀ ਦੁਨੀਆ ਤੇ ਬਣਾਏ ਨੇ, ਪਰ ਇਹ ਬਾਬਾ ਜੀ ਨੇ ਸਾਨੂੰ ਸੋਝੀ ਵੀ ਦਿੱਤੀ ਹੈ ਕਿ ਅਸੀਂ ਕਿਹੜੀਆਂ ਚੀਜ਼ਾਂ ਤੇ ਅਸੀਂ ਆਪਣੇ ਆਪ ਨੂੰ ਚਲਾਣਾ ਹੈ। ਕਿਉਂਕਿ ਸਾਨੂੰ ਗੁਰਬਾਣੀ ਬਾਬਾ ਜੀ ਨੇ ਦਿੱਤੀ ਹੈ, ਸਾਨੂੰ ਇੰਨੇ ਸੋਹਣੇ ਗੁਰੂ ਗ੍ਰੰਥ ਸਾਹਿਬ ਬਾਬਾ ਜੀ ਨੇ ਸਾਨੂੰ ਗੁਰੂ ਦਿੱਤੇ ਨੇ। ਅਸੀਂ ਪਾਠ ਵੀ ਰੋਜ਼ ਕਰਦੇ ਆ, ਪਰ ਅਸੀਂ ਅਗਰ ਮੰਨਦੇ ਨਹੀਂ ਆ ਤੇ ਫਿਰ ਸਾਡਾ ਪਾਠ ਕਰਨਾ ਵੀ ਵਿਅਰਥ ਜਾਂਦਾ। ਪਰ ਕਾ ਬੁਰਾ ਨਾ ਰਾਖੋ, ਬਾਣੀ ਸਾਨੂੰ ਕਹਿੰਦੀ ਹੈ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਬਾਬਾ ਜੀ ਨੇ ਸਾਨੂੰ ਲਿਖਿਆ, ਬਾਬਾ ਜੀ ਨੇ ਗੁਰਬਾਣੀ 'ਚ ਸਾਨੂੰ ਲਿਖ ਕੇ ਦਿੱਤਾ ਹੈ ਕਿ ਸਾਨੂੰ ਕਿ ਕਿਸੇ ਦਾ ਵੀ ਬੁਰਾ ਨਹੀਂ ਮੰਨਣਾ। ਅਗਰ ਅਸੀਂ ਦੂਸਰਿਆਂ ਦਾ ਭਲਾ ਮੰਗਾਂਗੇ, ਸਾਡਾ ਆਪ ਭਲਾ ਹੋਏਗਾ। ਤੇ ਇਸ ਲਈ ਸਾਨੂੰ ਕਦੀ ਵੀ ਕਿਸੇ ਦੇ ਨਾਲ ਵੈਰੀ ਆਪਣੀ ਪ੍ਰਵਿਰਤੀ ਰੱਖਣੀ ਹੀ ਨਹੀਂ ਚਾਹੀਦੀ। ਇਹਦੀ ਇੱਕ ਜੋ ਜਿਨ੍ਹਾਂ ਦੇ ਈਰਖਾ ਦੀ ਪ੍ਰਵਿਰਤੀ ਹੁੰਦੀ ਹੈ, ਸਾਰੇ ਇਹ ਬੜੀ ਪ੍ਰਚਲਿਤ ਇੱਕ ਸਾਖੀ ਹੈਗੀ ਆ। ਜਦੋਂ ਸਿਕੰਦਰ ਨੇ ਪੂਰੀ ਦੁਨੀਆ ਤੇ ਉਹਨੂੰ ਕੌਂਕਰ ਕਰਨਾ ਸੀ, ਪੂਰੀ ਦੁਨੀਆ ਨੂੰ ਕੌਂਕਰ ਕਰਨਾ ਸੀ। ਉਹ ਜਦੋਂ ਇੱਕ ਕੰਟਰੀ ਇੱਕ ਸਟੇਟ ਜਦੋਂ ਕੌਂਕਰ ਕਰ ਲੈਂਦਾ ਸੀ, ਕਿਉਂਕਿ ਪਹਿਲਾਂ ਤੇ ਛੋਟੇ ਇਹ ਸਟੇਟਸ ਹੁੰਦੇ, ਛੋਟੇ ਇਹ ਰਾਜੇ ਹੁੰਦੇ ਸੀ। ਤੇ ਜਦੋਂ ਉਹ ਇੱਕ ਜਗ੍ਹਾ ਜਦੋਂ ਇੱਕ ਸਟੇਟ ਜਿੱਤ ਲੈਂਦਾ ਸੀ, ਇੱਕ ਰਾਜੇ ਜਦੋਂ ਜਿੱਤ ਲੈਂਦਾ ਸੀ, ਤੇ ਉਹ ਫਿਰ ਦੂਜੀ ਦੀ ਉਹ ਤਿਆਰੀ ਕਰਨ ਲੱਗ ਪੈਂਦਾ ਸੀ ਕਿ ਮੈਂ ਇਹ ਜਗ੍ਹਾ ਜਿੱਤ ਲਈ ਆ, ਇੱਥਾਂ ਦਾ ਹੁਣ ਮੈਂ ਰਾਜਾ ਬਣ ਗਿਆ ਤੇ ਹੁਣ ਮੈਂ ਉੱਥੇ ਇੱਕ ਵਾਰੀ ਉਹ ਜੰਗ ਜਿੱਤ ਕੇ ਆਂਦਾ ਹੈ। ਤੇ ਉਦੋਂ ਤੇ ਉਸ ਟਾਈਮ ਦੇ ਵਿੱਚ ਤੇ ਉਹ ਸ਼ਿਪਸ 'ਚ ਜਾਂਦੇ ਸੀ। ਤੇ ਉੱਥੇ ਇੱਕ ਜਦੋਂ ਉਹ ਉਤਰਦਾ ਹੈ, ਤੱਟ ਤੇ ਉਤਰਦਾ ਹੈ, ਤੇ ਉੱਥੇ ਇੱਕ ਸਾਧੂ ਬੈਠਾ ਹੁੰਦਾ ਹੈ। ਤੋ ਸਾਧੂਆਂ ਦੀ ਹੁੰਦੀ ਆ, ਫਕੀਰ ਬੰਦੇ ਹੁੰਦੇ ਨੇ, ਉਹ ਤੇ ਰੱਬ ਦੇ ਗੁਣਗਾਨ 'ਚ ਮਸਤ ਰਹਿੰਦੇ ਨੇ, ਉਹਨਾਂ ਨੂੰ ਤੇ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਤੇ ਉਹਨੂੰ ਪੁੱਛਦਾ, ਕਹਿੰਦੇ ਤੂੰ ਕੌਣ ਹੈ, ਤੂੰ ਮੈਨੂੰ ਸਲਾਮ ਨਹੀਂ ਕੀਤਾ। ਤੇ ਉਹ ਸਾਧੂ ਕਹਿੰਦਾ ਮੈਂ ਤੇ ਫਕੀਰ ਬੰਦਾ, ਪਰ ਮੈਂ ਤੇ ਤੈਨੂੰ ਪਛਾਣਿਆ ਨਹੀਂ, ਤੇ ਮੈਂ ਤੈਨੂੰ ਸਲਾਮ ਕਿਉਂ ਕਰਾਂ। ਕਹਿੰਦਾ ਮੈਂ ਤੇ ਰਾਜਾ ਹੈ, ਮੈਂ ਸਿਕੰਦਰ ਹਾਂ। ਕਹਿੰਦੇ ਅੱਛਾ ਤੂੰ ਰਾਜਾ ਹੈ ਤੇ ਤੂੰ ਕਿੱਥੋਂ ਆਇਆ। ਕਹਿੰਦਾ ਮੈਂ ਜੰਗ ਜਿੱਤ ਕੇ ਆਇਆ। ਕਹਿੰਦੇ ਅੱਛਾ ਤੂੰ ਜੰਗ ਜਿੱਤ ਕੇ ਆਇਆ ਤੇ ਤੂੰ ਹੁਣ ਕੀ ਕਰੇਗਾ। ਕਹਿੰਦਾ ਹੁਣ ਮੈਂ ਦੂਸਰੇ ਜੰਗ ਦੀ ਤਿਆਰੀ ਕਰਾਂਗਾ। ਕਹਿੰਦਾ ਅੱਛਾ ਤੂੰ ਵੀ ਦੂਸਰਾ ਜੰਗ ਵੀ ਜਿੱਤ ਕੇ ਆਏਗਾ, ਫਿਰ ਤੂੰ ਕੀ ਕਰੇਗਾ। ਕਹਿੰਦਾ ਫਿਰ ਮੈਂ ਤੀਸਰੇ ਜੰਗ ਜਿੱਤਣ ਦੀ ਤਿਆਰੀ ਕਰਾਂਗਾ, ਫਿਰ ਮੈਂ ਤੀਸਰੇ ਜੰਗ ਤੇ ਜਾਵਾਂਗਾ। ਉਹ ਇਸ ਤਰ੍ਹਾਂ ਉਹ ਫੇਰ ਸਾਧੂ ਫੇਰ ਪੁੱਛਦਾ ਰਹਿੰਦਾ। ਤੇ ਰਾਜਾ ਕਹਿੰਦਾ ਜਦੋਂ ਜਵਾਬ ਦਿੰਦਾ ਰਹਿੰਦਾ, ਕਹਿੰਦਾ ਫਿਰ ਮੈਂ ਸਾਰੀ ਦੁਨੀਆ ਜਿੱਤ ਲਾਂਗਾ ਤੇ ਫਿਰ ਮੈਂ ਸਾਰੀ ਦੁਨੀਆ ਤੇ ਰਾਜ ਕਰਾਂਗਾ। ਕਹਿੰਦਾ ਫਿਰ ਤੂੰ ਰਾਜ ਕਰਕੇ ਕੀ ਕਰੇਗਾ। ਕਹਿੰਦਾ ਮੈਂ ਰਾਜ ਕਰਕੇ ਨਾ ਫਿਰ ਮੈਂ ਆਰਾਮ ਕਰਾਂਗਾ, ਆਰਾਮ ਨਾਲ ਬੈਠਾਂਗਾ। ਸਾਧੂ ਕਹਿੰਦਾ ਤੂੰ ਇੰਨਾ ਖੂਨ ਖਰਾਬਾ ਕਰਕੇ, ਤੂੰ ਇੰਨੀ ਮਾਰ ਕਾਟ ਕਰਕੇ, ਤੂੰ ਦੂਜਿਆਂ ਨੂੰ ਵੀ ਮਾਰੇਗਾ, ਤੂੰ ਆਪਣੇ ਬੰਦੇ ਵੀ ਮਾਰੇਗਾ,
ਹੋ ਸਕਦਾ ਤੂੰ ਵੀ ਵਿੱਚ ਮਰ ਜਾਏ, ਤੂੰ ਜ਼ਖਮੀ ਹੋ ਜਾਏ, ਤੇ ਤੂੰ ਐਨੀ ਮਾਰ ਕਾਟ ਕਰਕੇ ਤੂੰ ਇਹ ਸਾਰਾ ਜੰਗ ਜਿੱਤ ਕੇ ਤੇ ਤੈਨੂੰ ਹਾਸਲ ਕੀ ਹੋਇਆ? ਐਂਡ 'ਚ ਆ ਕੇ ਤੇ ਤੂੰ ਆਰਾਮ ਦੇ ਨਾਲ ਬੈਠਣਾ, ਤੇ ਮੈਂ ਤੇ ਹੁਣੇ ਹੀ ਮੌਜ 'ਚ ਬੈਠਾ ਹੋਇਆ, ਮੈਂ ਤੇ ਹੁਣੇ ਹੀ ਆਨੰਦ 'ਚ ਬੈਠਾ ਹੋਇਆ। ਤੇ ਇਸ ਲਈ ਜੋ ਜਿਨ੍ਹਾਂ ਦੀ ਪ੍ਰਵਿਰਤੀ ਹੁੰਦੀ ਹੈ ਕਿ ਅਸੀਂ ਦੂਸਰੇ ਨੂੰ, ਸਾਡਾ ਭਲਾ ਹੋਏ ਚਾਹੇ ਨਾ ਹੋਏ, ਪਰ ਅਸੀਂ ਦੂਸਰੇ ਦਾ ਬੁਰਾ ਕਰਨਾ ਹੀ ਕਰਨਾ, ਇਹ ਪ੍ਰਵਿਰਤੀ ਦੇ ਵੀ ਹੁੰਦੇ ਨੇ। ਪਰ ਇਹ ਪ੍ਰਵਿਰਤੀ ਕਦੋਂ ਜਾਂਦੀ ਹੈ? ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ। ਜਦੋਂ ਸਾਧ ਸੰਗਤ ਕਿੱਦਾਂ? ਜਦੋਂ ਅਸੀਂ ਅੱਛੇ ਲੋਕਾਂ ਨਾਲ ਬੈਠਦੇ ਹਾਂ। ਹੁਣ ਬਾਬਾ ਜੀ ਨੇ ਸਾਨੂੰ ਗੁਰਬਾਣੀ ਦਿੱਤੀ ਹੈ, ਇਸ ਗੁਰਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਅਸੀਂ ਰੋਜ਼ ਦੇਖਦੇ ਹਾਂ ਕਿ ਬਈ ਅਸੀਂ ਇਹ ਵਿਕਾਰ ਆਪਣੇ ਕਿੱਦਾਂ ਹਟਾਈਏ। ਪਰ ਅਗਰ ਅਸੀਂ ਗੁਰਬਾਣੀ ਤੇ ਨਹੀਂ ਚੱਲਾਂਗੇ ਤੇ ਫਿਰ ਕਮੀ ਵਿੱਚ ਸਾਡੇ 'ਚ ਹੀ ਹੈ। ਤੇ ਦੁਨੀਆ ਦੇ ਵਿੱਚ ਕਿੰਨੇ ਕਿੰਨੇ ਵਿਦਵਾਨ ਹੋਏ ਨੇ। ਜਦੋਂ ਹੁਣ ਮਨੁੱਖ ਦੀ ਇਹ ਪ੍ਰਵਿਰਤੀ ਹੁਣ ਰੱਬ ਦੇ ਨਾਲ ਸਾਡੇ ਬਾਬਾ ਜੀ ਨੇ ਸਾਡੇ ਧਰਮ 'ਚ ਸਾਨੂੰ ਕਿਹਾ ਹੈ ਕਿ ਸਰਬਤ ਦਾ ਭਲਾ ਮੰਗਿਆ ਬਾਬਾ ਜੀ ਨੇ। ਔਰ ਮਨੁੱਖ ਉਹੀ ਹੈ ਜੋ ਮਨੁੱਖ ਨੂੰ, ਦੂਸਰੇ ਮਨੁੱਖ ਨੂੰ ਪਿਆਰ ਕਰੇ, ਤਾਂ ਹੀ ਉਹ ਪਰਮਾਤਮਾ ਨੂੰ ਪਿਆਰ ਕਰੇਗਾ, ਤਾਂ ਹੀ ਉਹ ਪਰਮਾਤਮਾ ਦੇ ਨਜ਼ਦੀਕ ਜਾਏਗਾ। ਇਹਦਾ ਇੱਕ ਹੋਰ ਇਹਦਾ ਹੈ ਕਿ ਬਾਬਾ ਜੀ ਨੇ ਜਦੋਂ ਦੁਨੀਆ 'ਚ ਕਿੰਨੇ ਸਾਰੇ ਵਿਦਵਾਨ ਹੋਏ ਨੇ, ਉਹਦੇ 'ਚ ਇੱਕ ਤੁਲਸੀ ਜੀ ਵੀ ਨੇ। ਤੇ ਤੁਲਸੀ ਜੀ ਨੇ ਕਿਹਾ, ਕਹਿੰਦੇ ਜਦੋਂ ਦੋ ਜਾਣਿਆਂ ਦੀ ਮਿੱਤਰਤਾ ਹੁੰਦੀ ਹੈ, ਜਦੋਂ ਹੁਣ ਮੇਰੀ ਮਿੱਤਰਤਾ ਹੋਏਗੀ, ਅਗਰ ਮੈਂ ਆਪਣੇ ਗੁਣ ਦੂਸਰੇ 'ਚ ਦੇਖਾਂਗੀ ਤੇ ਮੇਰੀ ਤਾਂ ਹੀ ਉਹਦੇ ਨਾਲ ਮਿੱਤਰਤਾ ਹੋਏਗੀ। ਕਦੀ ਵੀ ਅਮੀਰ ਔਰ ਗਰੀਬ ਬੰਦੇ ਦੀ ਮਿੱਤਰਤਾ ਦੁਨੀਆ 'ਚ ਕਦੀ ਨਹੀਂ ਹੋਈ। ਕਦੀ ਵੀ ਇੱਕ ਤਾਕਤਵਰ ਦੀ ਔਰ ਇੱਕ ਕਮਜ਼ੋਰ ਬੰਦੇ ਦੀ ਮਿੱਤਰਤਾ ਆਪਸ 'ਚ ਕਦੀ ਨਹੀਂ ਹੋਈ। ਕਦੀ ਵੀ ਲੋਭੀ ਬੰਦੇ ਦੀ ਔਰ ਜੋ ਸੰਤੋਖੀ ਬੰਦਾ ਹੈ, ਹੁਣ ਇਹ ਤੇ ਲੋਭੀ ਤਾਂ ਹੁੰਦਾ ਕਿ ਮੈਨੂੰ ਲੋਭ ਚਾਹੀਦਾ, ਤੇ ਜਿਨ੍ਹਾਂ ਦੀਆਂ ਆਪਸ 'ਚ ਕੁਆਲਿਟੀਜ਼ ਨਹੀਂ ਮਿਲਦੀਆਂ, ਉਹਨਾਂ ਦੀਆਂ ਆਪਸ 'ਚ ਕਦੀ ਵੀ ਮਿੱਤਰਤਾ ਨਹੀਂ ਹੁੰਦੀ। ਤੇ ਅਗਰ ਅਸੀਂ ਪਰਮਾਤਮਾ ਦੇ ਨਾਲ ਮਿੱਤਰਤਾ ਕਰਨੀ ਹੈ ਤੇ ਸਾਨੂੰ ਫਿਰ ਉਹ ਵਾਲੀਆਂ ਕੁਆਲਿਟੀਜ਼ ਆਪਣੇ ਅੰਦਰ ਤੇ ਲਿਆਉਣੀਆਂ ਪੈਣਗੀਆਂ ਨਾ, ਤਾਂ ਹੀ ਤੇ ਅਸੀਂ ਪਰਮਾਤਮਾ ਦੇ ਨਜ਼ਦੀਕ ਜਾਵਾਂਗੇ। ਤੇ ਤੁਲਸੀ ਜੀ ਕੀ ਕਹਿੰਦੇ ਨੇ? ਤੁਲਸੀ ਜੀ ਕਹਿੰਦੇ ਜਦੋਂ ਕਿਸੇ ਦੇ ਨਾਲ ਵੀ ਅਸੀਂ ਮਿੱਤਰਤਾ ਕਰਦੇ ਹਾਂ ਤੇ ਉਹਦੇ ਵਿੱਚ 6 ਗੁਣ, ਇਹ ਮਿੱਤਰਤਾ ਦੇ ਉੱਤੇ, ਇਹ ਮਿੱਤਰਤਾ ਜੋ ਸਟੈਂਡ ਕਰਦੀ ਆ, ਇਹ 6 ਗੁਣਾਂ ਦੇ ਉੱਤੇ ਸਟੈਂਡ ਕਰਦੀ ਆ। ਕਿਹੜੇ 6 ਗੁਣਾਂ ਤੇ ਸਟੈਂਡ ਕਰਦੀ ਹੈ? ਆਸਾ ਹੈ, ਇਸ਼ਟ, ਉਪਾਸਨਾ, ਖਾਨ ਪਾਨ ਔਰ ਪਹਿਨਾਵਾ। ਤੁਲਸੀ ਨੇ ਇਹ ਕਿਹਾ ਹੈ ਕਿ ਪਰ ਜਿਹਦੀ ਜਿਸ ਤਰ੍ਹਾਂ ਆਸ, ਅਗਰ ਸਾਡੀ ਕਿਸੇ ਦੇ ਨਾਲ ਕੋਈ ਦੋ ਵਿਰੋਧੀ ਹੁੰਦੇ ਨੇ, ਆਸਾ, ਤਾਂ ਵੀ ਮਿੱਤਰਤਾ ਨਹੀਂ ਹੁੰਦੀ। ਅਗਰ ਇਸ਼ਟ ਹੁਣ ਇਸ਼ਟ ਹੁੰਦਾ ਭਗਵਾਨ। ਹੁਣ ਹਿੰਦੂ ਹੈ, ਹਿੰਦੂਆਂ ਦੇ ਵਿੱਚ ਕਿੰਨੇ ਸਾਰੇ ਉਹ ਮੰਨਦੇ ਨੇ, ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਹੈ, ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਹੈ, ਕੋਈ ਸ਼ਿਵ ਜੀ ਨੂੰ ਮੰਨਦਾ ਹੈ, ਕੋਈ ਰਾਮ ਜੀ ਨੂੰ ਮੰਨਦਾ ਹੈ। ਤੇ ਪਰ ਉਹ ਵੀ ਉਹਨਾਂ ਦੇ ਵਿੱਚ ਫਿਰ ਕਿੰਨੀਆਂ ਡਾਈਵਰਜਨਸ ਆ ਜਾਂਦੀਆਂ, ਉਹਨਾਂ ਦੇ ਵਿੱਚ ਕਿੰਨੇ ਗਰੁੱਪਸ ਬਣ ਜਾਂਦੇ, ਕੋਈ ਸ਼ਿਵ ਜੀ ਨੂੰ ਮੰਨਦਾ ਹੈ, ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਹੈ, ਇਸ ਲਈ ਉਹਨਾਂ ਦੀ ਆਪਸ 'ਚ ਦੋਸਤੀ ਨਹੀਂ ਹੋ ਸਕਦੀ। ਉਪਾਸਨਾ, ਕੋਈ ਅੱਲਾਹ ਪੜ੍ਹਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ, ਕੋਈ ਪੂਜਾ ਕਰਦਾ ਹੈ। ਉਪਾਸਨਾ ਕਰਨ ਦੇ ਵੀ ਤਰੀਕੇ ਅਲੱਗ ਹੁੰਦੇ ਨੇ। ਖਾਨ ਪਾਨ, ਕਈਆਂ ਦਾ ਖਾਣਾ ਹੁੰਦਾ, ਕਈ ਕਹਿੰਦੇ ਕਈ ਸਾਧੂ ਹੁੰਦੇ ਜੋ ਦੁੱਧ ਦੇ ਉੱਤੇ ਹੀ ਰਹਿੰਦੇ ਨੇ, ਔਰ ਕਈ ਸਾਧੂ ਹੁੰਦੇ ਨੇ ਜੋ ਕਿ ਜੋ ਜੈਨੀ ਹੁੰਦੇ ਨੇ, ਉਹ ਤਾਂ ਦੁੱਧ ਵੀ ਨਹੀਂ ਪੀਂਦੇ। ਕਹਿੰਦੇ ਇਹਦੇ ਵਿੱਚ ਵੀ ਬੈਕਟੀਰੀਆ ਹੈ, ਲਿਵਿੰਗ ਥਿੰਗ ਹੈ। ਤੇ ਇਹਨਾਂ ਦੀ ਆਪਸ 'ਚ ਜਦੋਂ ਤੱਕ ਉਹਨਾਂ ਦੇ ਇਹ ਜਿਹੜੇ 6 ਗੁਣ ਨੇ, ਉਹਨਾਂ ਤੁਲਸੀ ਜੀ ਨੇ ਕਿਹਾ। ਪਰ ਇਹ ਜਦੋਂ ਇਸ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ? ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਿਆ, ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿੰਨਾ ਮਰਜ਼ੀ ਕਿਸੇ ਦੇ ਵਿੱਚ ਵੈਰਾਈਟੀ ਹੋਣ, ਕੋਈ ਕਿਸੇ ਦਾ ਮਰਜ਼ੀ ਵਿਰੋਧੀ ਹੋਵੇ, ਪਰ ਅਗਰ ਇਸ਼ਟ ਇੱਕ ਹੈ, ਅਗਰ ਰੱਬ ਇੱਕ ਹੈ। ਹੁਣ ਸਾਡੇ ਧਰਮ ਦੇ ਵਿੱਚ ਸਾਨੂੰ ਬਾਬਾ ਜੀ ਨੇ ਜਿੰਨਿਆਂ ਦੇ ਉੱਤੇ ਦੀ ਇੱਕ ਅਕਾਲ ਪੁਰਖ ਹੈ, ਸਾਨੂੰ ਅਕਾਲ ਪੁਰਖ ਦੀ ਉਸਤਤ ਉਹਨਾਂ ਨੇ ਬੋਲੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਿਸ ਤਰ੍ਹਾਂ ਕਿ ਸੂਰਜ ਹੈ, ਸੂਰਜ ਦੇ ਤੇ ਕਿੰਨੇ ਨਾਮ ਹੋਣਗੇ। ਸੂਰਜ ਨੂੰ ਅਸੀਂ ਇੰਗਲਿਸ਼ 'ਚ ਸਨ ਵੀ ਕਹਿ ਦਿੰਦੇ ਹਾਂ, ਅਸੀਂ ਸੂਰਯ ਵੀ ਕਹਿ ਦਿੰਦੇ ਹਾਂ, ਅਸੀਂ ਸੂਰਜ ਵੀ ਕਹਿ ਦਿੰਦੇ ਹਾਂ। ਹਰ ਇੱਕ ਪਰਿਆਵਾਚੀ ਅਸੀਂ ਬਚਪਨ 'ਚ ਕਿੰਨੇ ਪੜ੍ਹੇ ਨੇ। ਤੇ ਇਸ ਲਈ ਪਰ ਸੂਰਜ ਤੇ ਇੱਕੋ ਹੀ ਹੈ। ਇਸੀ ਤਰ੍ਹਾਂ ਪਰਮਾਤਮਾ ਤੇ ਇੱਕੋ ਹੀ ਹੈ, ਬੇਸ਼ੱਕ ਉਹਦੇ ਕਿੰਨੇ ਰੂਪ ਹੋ ਜਾਣ। ਤੇ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕਿਹਾ, ਸਾਨੂੰ ਕਲਗੀਧਰ ਪਾਤਸ਼ਾਹ ਨੇ ਦੱਸਿਆ ਹੈ ਕਿ ਅਗਰ ਇਸ਼ਟ ਇੱਕ ਹੈ ਤੇ
ਅਸੀਂ ਤੇ ਉਪਾਸਨਾ ਇੱਕ ਹੋ ਸਕਦੀ ਹੈ ਤੇ ਮਿੱਤਰਤਾ ਇੱਕ ਹੋ ਸਕਦੀ ਹੈ। ਤੇ ਫਿਰ ਕੌਣ ਕੌਣ ਉਹ ਕਰੇਗਾ? ਹੁਣ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਚਾਹੇ ਜਿੰਨੇ ਜਿਸ ਤਰ੍ਹਾਂ ਕਿ ਜਾਪ ਸਾਹਿਬ ਚ ਅਸੀਂ ਪੜ੍ਹਦੇ ਹਾਂ, ਅਨੇਕ ਹੈ ਫਿਰ ਏਕ ਹੈ, ਚਾਹੇ ਜਿੰਨੇ ਮਰਜ਼ੀ ਰੂਪ ਹੋ ਜਾਣ ਪਰ ਉਹਦੇ ਉੱਪਰ ਇੱਕ ਅਕਾਲ ਪੁਰਖ ਹੈ। ਇਸੀ ਤਰ੍ਹਾਂ ਜੋ ਸਾਨੂੰ ਗੁਰਬਾਣੀ ਹੈ, ਜੋ ਸਾਡੇ ਗੁਰੂ ਗ੍ਰੰਥ ਸਾਹਿਬ ਬਾਬਾ ਜੀ ਨੇ ਦਿੱਤੇ ਨੇ, ਇਹਦੇ 'ਚ ਕੀ ਕਹਿੰਦੇ ਨੇ, ਇਹਨਾਂ 'ਚ ਮੁਸਲਮਾਨਾਂ ਦੀ ਵੀ ਬਾਬਾ ਜੀ ਨੇ ਬਾਣੀ ਲਿਖੀ ਹੈ, ਇਹਦੇ 'ਚ ਮਹਾਰਾਸ਼ਟਰਨਸ ਦੀ ਵੀ ਬਾਣੀ ਲਿਖੀ ਹੈ। ਜਦੋਂ ਹਰਮੰਦਰ ਸਾਹਿਬ ਦੀ ਨੀਂਵ ਰੱਖੀ ਤੇ ਬਾਬਾ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਈ ਸੀ। ਤੇ ਇਸ ਲਈ ਉਹਨਾਂ ਨੇ ਸਾਰਿਆਂ ਨੂੰ ਆਪਸ 'ਚ ਪਿਆਰ, ਆਪਸ 'ਚ ਉਹਨਾਂ ਨੇ ਸਮੇਟਿਆ। ਗੁਰਦੁਆਰਿਆਂ ਵਿੱਚ ਵੀ ਹਮੇਸ਼ਾ ਚਾਰ ਦਰਵਾਜ਼ੇ ਹੀ ਹੁੰਦੇ ਨੇ ਕਿ ਉਹਨਾਂ ਨੇ ਸਾਰਿਆਂ ਨੂੰ ਇਕੱਤਰਿਤ, ਉਹਨਾਂ ਨੇ ਸਾਰਿਆਂ ਦੀ ਆਵ ਭਗਤ, ਉਹਨਾਂ ਨੇ ਸਾਰਿਆਂ ਨੂੰ ਇਹ ਇੱਕ ਮੰਨਿਆ, ਇਹਨਾਂ ਨੇ ਸਾਰਿਆਂ ਨੂੰ ਕਿਹਾ ਹੈ। ਜਿਹੜੇ ਤੰਗ ਦਿਲ ਸਿੱਖ ਹੁੰਦੇ ਨੇ ਉਹ ਸਿੱਖ ਧਰਮ ਵਿੱਚ ਉਹ ਕਬੂਲ ਨਹੀਂ ਹੁੰਦੇ। ਇਸ ਲਈ ਜੋ ਇਹ ਸਾਧ ਸੰਗਤ 'ਚ ਜਦੋਂ ਆਉਂਦੇ ਨੇ ਸਾਰੇ, ਜਦੋਂ ਸਾਧ ਸੰਗਤ 'ਚ ਆਉਂਦੇ ਹਾਂ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਅੱਛੀਆਂ ਜਦੋਂ ਬਾਬਾ ਜੀ ਦੀਆਂ ਅਸੀਂ ਇਸ ਰੋਜ਼ ਹੀ ਅਸੀਂ ਬਾਬਾ ਜੀ ਦੀਆਂ ਤੁਕਾਂ ਪੜ੍ਹਦੇ ਹਾਂ, ਤੇ ਫਿਰ ਅਗਰ ਅਸੀਂ ਇਹਨਾਂ ਤੇ ਨਹੀਂ ਚੱਲਾਂਗੇ ਤੇ ਫਿਰ ਸਾਨੂੰ ਇਹਦੇ ਤੇ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ ਅਸੀਂ ਆਪਣੇ ਆਪ ਨੂੰ ਤਿਆਰ ਹੀ ਨਹੀਂ ਕਰ ਪਾਵਾਂਗੇ। ਬਿਸਰ ਗਈ ਸਭ ਤਾਤ ਭਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਅਸੀਂ ਬਾਬਾ ਸਾਧਾਂ ਦੀ ਸੰਗਤ ਚ ਆਵਾਂਗੇ, ਜਦੋਂ ਅਸੀਂ ਬਾਣੀ ਪੜਾਂਗੇ ਤਾਂ ਹੀ ਸਾਨੂੰ ਪਤਾ ਚੱਲੇਗਾ। ਤੇ ਉਦੋਂ ਫਿਰ ਸਾਡੇ ਮਨ ਚੋਂ ਇਹ ਵਿਕਾਰ, ਇਹ ਦੂਸਰਿਆਂ ਵਾਸਤੇ ਜੋ ਈਰਖਾ ਹੈ, ਇਹ ਫਿਰ ਸਾਡੇ ਮਨ ਚੋਂ ਇਹਦੇ 'ਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਸ਼ਬਦ ਹੈਗਾ, ਕਹਿੰਦੇ ਮੇਰੇ ਮਨ ਤੋਂ ਇਹ ਸਾਰੀ ਈਰਖਾ ਚਲੀ ਗਈ। ਕਦੋਂ ਤੋਂ ਚਲੀ ਗਈ? ਜਦੋਂ ਤੋਂ ਮੈਂ ਸਾਧਾਂ ਦੀ ਮੈਂ ਸੰਗਤ, ਉਹਨਾਂ ਦੀ ਸ਼ਰਨ 'ਚ ਆਇਆ, ਮੈਂ ਜਦੋਂ ਉਹਨਾਂ ਦੀ ਸੰਗਤ ਪਾਈ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਕਿ ਜਦੋਂ ਅਸੀਂ ਪਰਮਾਤਮਾ ਦੇ ਨਾਲ ਪਿਆਰ ਕਰਦੇ ਹਾਂ ਤੇ ਉਦੋਂ ਫਿਰ ਨਾ ਸਾਨੂੰ ਕੋਈ ਬੈਰੀ ਲੱਗਦਾ ਹੈ, ਕਿਉਂਕਿ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਜਦੋਂ ਅਸੀਂ ਕਰਾਂਗੇ, ਮਨੁੱਖ ਵੀ ਤੇ ਸਾਰੇ ਉਹਨੇ ਬਣਾਏ ਨੇ। ਹੁਣ ਇਹਦਾ ਤੇ ਸਾਡੇ ਇਤਿਹਾਸ 'ਚ ਭਾਈ ਕਨ੍ਹਈਆ ਜੀ ਦਾ ਕਿੰਨਾ ਵੱਡਾ ਐਗਜ਼ਾਮਪਲ ਹੈ ਕਿ ਉਹਨਾਂ ਨੂੰ ਕੋਈ ਦੁਸ਼ਮਣ ਵੀ ਨਹੀਂ ਲੱਗਦਾ। ਤੇ ਉਹ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਕੋਈ ਫਿਰ ਬੈਰੀ ਨਹੀਂ ਲੱਗਦਾ, ਕੋਈ ਫਿਰ ਬੇਗਾਨਾ ਨਹੀਂ ਲੱਗਦਾ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਸੁਮਤ ਕੀ ਹੁੰਦਾ? ਅੱਛੀ ਮਤ। ਕੁਮਤ ਹੁੰਦਾ ਭੈੜੀ ਮਤ। ਜਿਹਦੇ ਤੇ ਕੂ ਲੱਗ ਜਾਏ, ਕੱਕਾ ਲੱਗ ਜਾਏ, ਉਹ ਕੁਮਤ ਬਣ ਜਾਂਦਾ। ਜਿੱਤੇ ਤੇ ਸੱਸਾ ਲੱਗ ਜਾਏ ਉਹ ਅੱਛਾ ਬਣ ਜਾਂਦਾ। ਸੁਮਤ, ਸੋਹਣੀ ਮਤ। ਕਹਿੰਦੇ ਨੇ ਜੋ ਬਾਬਾ ਜੀ ਕਰਦੇ ਨੇ, ਜੋ ਵਾਹਿਗੁਰੂ ਕਰਦੇ ਨੇ, ਉਹ ਸਾਰਿਆਂ ਦੇ ਭਲੇ ਵਾਸਤੇ ਕਰਦੇ ਨੇ। ਉਹ ਸਿਰਫ ਸਾਡੇ ਵਾਸਤੇ ਹੀ ਨਹੀਂ ਭਲਾ ਕਰਦੇ। ਜਿੰਨਾ ਵੀ ਦੁਨੀਆ ਦੇ ਵਿੱਚ ਚੀਜ਼ਾਂ ਬਣੀਆਂ ਉਹ ਸਾਰਿਆਂ ਦੇ ਭਲੇ ਵਾਸਤੇ ਕਰਦੇ ਨੇ। ਇਹ ਕਦੋਂ ਮੈਨੂੰ ਪਤਾ ਚੱਲਿਆ? ਜਦੋਂ ਮੈਨੂੰ ਇਹ ਸੁਮਤ ਸਾਧਾਂ ਦੇ ਸੰਗ ਨਾਲ ਚ ਰਹਿਣ ਵਾਸਤੇ ਆਈ, ਜਦੋਂ ਮੈਨੂੰ ਤੇ ਤਾਂ ਮੈਨੂੰ ਇਹ ਸੁਮਤ ਆਈ। ਸਭ ਮੈਂ ਰਬ ਰਿਆ ਪ੍ਰਭ ਏਕੇ। ਤਾਂ ਹੀ ਮੈਨੂੰ ਪਤਾ ਚੱਲਿਆ ਕਿ ਉਹ ਜਿਹੜਾ ਪਰਮਾਤਮਾ ਉਹ ਤੇ ਪੂਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਵਸਿਆ ਹੋਇਆ। ਔਰ ਅਗਰ ਸਾਨੂੰ ਇਹ ਹੀ ਪਤਾ ਚੱਲ ਜੇ, ਅਗਰ ਅਸੀਂ ਆਪਣੇ ਦਿਮਾਗ 'ਚ ਇਹ ਹੀ ਬਿਠਾ ਲਈਏ ਕਿ ਪਰਮਾਤਮਾ ਹਰ ਇੱਕ ਦੇ ਹੈ, ਉਹੀ ਸਾਡੇ ਮੇਡ ਦੇ ਵਿੱਚ ਹੈ, ਉਹੀ ਹਰ ਇੱਕ ਦੇ ਵਿੱਚ ਹੈ, ਤੇ ਅਸੀਂ ਫਿਰ ਵੀ ਅਸੀਂ ਆਪਣੇ ਆਪ ਹੀ ਸਾਰਿਆਂ ਨੂੰ ਡਿਫਰੈਂਸ਼ੀਏਟ ਕਰਨ ਲੱਗ ਪੈਂਦੇ ਹਾਂ। ਅਸੀਂ ਕਿਸੇ ਨੂੰ ਆਪਣੇ ਜਿਵੇਂ ਪਿਆਰ ਤੇ ਕਿਸੇ ਨੂੰ ਕਰਦੇ ਹੀ ਨਹੀਂ। ਅਸੀਂ ਨਾ ਕਰਕੇ ਵੀ ਸਾਡੇ ਮਨ 'ਚ ਤੇਰ ਮੇਰ ਭੇਦ ਭਾਵ ਸਾਡੇ ਮਨ 'ਚ ਰਹਿੰਦਾ ਹੀ ਹੈ। ਪਰ ਜਦੋਂ ਇਹ ਭੇਦ ਭਾਵ ਮਿਟ ਜਾਂਦਾ ਹੈ, ਜਦੋਂ ਅਸੀਂ ਮੰਨ ਲਈਏ ਕਿ ਪਰਮਾਤਮਾ ਇੱਕੋ ਹੀ ਪਰਮਾਤਮਾ ਹਰ ਇੱਕ ਦੇ ਵਿੱਚ ਵਸਿਆ ਹੈ, ਤਾਈਓ ਸਾਡੀ ਗਤੀ ਹੋਏਗੀ। ਤੇ ਪੇਖ ਪੇਖ ਨਾਨਕ ਬਿਕਸਾਈ। ਕਹਿੰਦੇ ਦੇਖ ਕੇ ਮੈਨੂੰ ਤਾਂ ਹੀ ਪਤਾ ਚੱਲਿਆ ਕਿ ਇੱਕੋ ਹੀ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਤੇ ਐਨੀ ਜੀ ਸੇਵਾ ਸਾਧ ਸੰਗਤ ਜੀ ਪ੍ਰਵਾਨ ਕਰਿਓ। ਹੁਣ ਅਸੀਂ ਇਹ ਸ਼ਬਦ ਪੜ੍ਹਦੇ ਹਾਂ।
जब ते साध संगत मोहि पाई, जब ते साध संगत मोहि पाई, बिसर गई सब तात पराई, बिसर गई सब तात पराई। ना को बैरी नाही बेगाना, ना को बैरी, ना को बैरी नाही बेगाना, सगल सगल संग हमको बन आई, सगल संग हमको बन आई, बिसर गई सब तात पराई। बिसर गई सब तात पराई।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਸੰਗਤ ਜੀ।